ਹਕ ਹਕ ਆਗਾਹ ਗੁਰ ਗੋਬਿੰਦ ਸਿੰਘ ਸਾਹੇ ਸਹਿਣ ਸਾਹ ਗੁਰ ਗੋਬਿੰਦ ਸਿੰਘ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਵਿਰਾਜਮਾਨ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਗੁਰ ਸੰਗਤ ਜੀ, ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਕਿ ਬਾਲਾ ਪ੍ਰੀਤਮ ਕਲਗੀਆਂ ਵਾਲੇ ਸਤਿਗੁਰੂ ਚਿੱਟੇ ਬਾਜਾਂ ਵਾਲੇ ਦੀਨ ਦੁਨੀਆ ਦੇ ਵਾਲੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸ਼ਾਹੇ ਸ਼ਹਿਨਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪੁਰਬ, ਉਸਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਲਵਾ ਰਹੇ ਹਾਂ। ਗਰੀਬ ਨਵਾਜ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਬਖਸ਼ਿਆ ਤੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਣ ਗਾ ਸਕੀਏ, ਮਹਾਰਾਜ ਜੀ ਦੇ ਆਗਮਨ ਦੀ ਮਹਿਮਾ ਸੋਭਾ ਕਰ ਸਕੀਏ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕਿ ਮਹਾਰਾਜ ਆਪ ਹੀ ਮਤ ਬਖਸ਼ਿਸ਼ ਕਰਕੇ ਇਕਾਗਰਤਾ ਬਖਸ਼ ਕੇ ਗੁਰੂ ਦੀ ਵਡਿਆਈ ਗੁਰੂ ਦੀ ਸੋਭਾ ਕਰਵਾ ਲੈਣੀ। ਜਿੱਥੇ ਸਰੀਰ ਕਰਕੇ ਸਜੇ ਹਾਂ ਉੱਥੇ ਮਨ ਦੀਆਂ ਵੀ ਹਾਜ਼ਰੀਆਂ ਲਵਾਓ ਭਾਈ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਹੀ ਰਲ ਮਿਲ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੂਰਬ ਜਨਮ ਦੀਆਂ ਵਿਚਾਰਾਂ ਕੀਤੀਆਂ ਸਨ ਕਿ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਆਪ ਲਿਖਿਆ ਹੈ
ਕਿ ਹੇਮਕੁੰਟ ਪਰਬਤ ਹੈ ਜਹਾਂ, ਜਿੱਥੇ ਹੇਮਕੁੰਟ ਪਰਬਤ ਹੈ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਸਰਪਤ ਸ੍ਰਿੰਗ ਜਿਹ ਨਾਮ ਕਹਾਵਾ, ਪੰਡ ਰਾਜ ਜਹ ਜੋ ਕਮਾਵਾ। ਤਹ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਇਹਦੇ ਅੰਦਰ ਕਿਸੇ ਤਰ੍ਹਾਂ ਦੀ ਸ਼ੰਕਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਬਹੁਤ ਸਮਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਧਰਤੀ 'ਤੇ ਤਪ ਕੀਤਾ ਹੈ, ਅਤੇ ਥੋੜ੍ਹਾ ਨਹੀਂ ਤਪ ਕੀਤਾ, ਭਾਵ ਬਹੁਤ ਜ਼ਿਆਦਾ ਅਸੀਂ ਹੇਮਕੁੰਟ ਦੀ ਧਰਤੀ 'ਤੇ ਤਪ ਕੀਤਾ। ਜਦੋਂ ਧਰਤੀ ਕਲਮਲ ਹੋ ਗਈ ਸੀ, ਧਰਤੀ ਪਾਪਾਂ ਦੇ ਨਾਲ ਭਰੀ ਹੈ, ਇਹਨੂੰ ਹੁਣ ਸ਼ਕਤੀ ਦੀ ਲੋੜ ਸੀ, ਇਹਨੂੰ ਪ੍ਰਤਾਪ ਦੀ ਲੋੜ ਸੀ। ਧਰਤੀ 'ਤੇ ਹੋ ਰਿਹਾ ਪਾਪਾਂ ਦਾ ਭਾਰ, ਧਰਤੀ ਅਰਦਾਸਾਂ ਕਰਦੀ ਹੈ, ਦੁਨੀਆ ਦੇ ਲੋਕ ਅਰਦਾਸਾਂ ਕਰਦੇ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਮੈਂ ਬੇਨਤੀ ਕਰਾਂ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਪੂਰਬ ਦੇ ਇਲਾਕੇ ਦੇ ਵੱਲ ਜਾਂਦੇ ਹੈ। ਸਭ ਤੋਂ ਪਹਿਲਾਂ ਪਟਨੇ ਪਰਿਵਾਰ ਦੇ ਸਮੇਤ ਜਾਂਦੇ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿੱਥੇ ਅੱਜ ਪਾਵਨ ਅਸਥਾਨ ਸ਼੍ਰੀ ਪਟਨਾ ਸਾਹਿਬ ਤਖਤ ਬਣਿਆ ਸੁਸ਼ੋਭਿਤ ਹੈ, ਉਹ ਘਰ ਦੇ ਅੰਦਰ ਮਾਤਾ ਨਾਨਕੀ, ਮਾਤਾ ਗੁਜਰ ਕੌਰ ਅਤੇ ਪਰਿਵਾਰ ਦੇ ਸਮੇਤ ਗੁਰਸੰਗਤ ਜੀ ਉੱਥੇ ਟਿਕਦੇ ਹੈ। ਉੱਥੇ ਹੀ ਰਾਜਾ ਰਾਮ ਸਿੰਘ, ਉਹਨਾਂ ਦਾ ਕਾਮਰੂਪ ਦੇ ਸ਼ਹਿਰ ਦੇ ਅੰਦਰ ਕੋਈ ਝਗੜਾ ਚੱਲਦਾ ਕਿਸੇ ਰਾਜੇ ਦੇ ਨਾਲ, ਉਹਨਾਂ ਦੀ ਸਹਿਮਤੀ ਕਰਾਉਣ ਵਾਸਤੇ ਸਤਿਗੁਰੂ ਜੀ ਉਹਨਾਂ ਦੇ ਨਾਲ ਚਲੇ ਜਾਂਦੇ ਹੈ। ਅਸਾਮ ਦੇ ਵੱਲ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗਏ, ਰਾਜਾ ਰਾਮ ਸਿੰਘ ਜੀ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਮਹਿਲਾਂ ਦੇ ਅੰਦਰ ਠਹਿਰੇ ਹੋਏ ਹੈ। ਇੱਧਰ ਜਦੋਂ ਸਮਾਂ ਆਇਆ ਬੱਚੇ ਦੇ ਆਗਮਨ ਦਾ, ਤਾਂ ਗੁਰਸੰਗਤ ਜੀ, ਮਾਮਾ ਕਿਰਪਾਲ ਚੰਦ, ਮਾਤਾ ਨਾਨਕੀ ਜੀ ਬੜੇ ਹੀ ਖੁਸ਼ੀਆਂ ਮਨਾ ਰਹੇ ਹੈ ਕਿ ਸਾਡੇ ਘਰ ਦੇ ਅੰਦਰ ਅੱਜ ਉਹ ਅਕਾਲ ਪੁਰਖ ਪਰਮਾਤਮਾ ਦੀ ਜੋਤ ਨੇ ਪ੍ਰਗਟ ਹੋਣਾ ਹੈ, ਦੀਨ ਦੁਨੀਆ ਦੇ ਵਾਲੀ ਨੇ ਪ੍ਰਗਟ ਹੋਣਾ ਹੈ। ਜਦੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਸੀ, ਪਹਿਲਾਂ ਗੋਬਿੰਦ ਦਾਸ ਵੀ ਕਿਹਾ ਜਾਂਦਾ ਹੈ, ਗੋਬਿੰਦ ਦਾਸ ਕਿਹਾ ਜਾਂਦਾ ਹੈ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਨੇ ਆਪਣਾ ਨਾਮ ਆਪ ਖੁਦ ਦਾਸ ਲਿਖਿਆ। ਰਹੋ ਵਿਚਾਰ, ਗੁਰਸੰਗਤ ਜੀ, ਮਾਤਾ ਗੁਜਰ ਕੌਰ, ਜਦੋਂ ਸਮਾਂ ਆਇਆ, ਪੋਹ ਸਦੀ ਸਪਤਮੀ ਹੈ, ਸ਼ਨੀਵਾਰ ਤੇ ਐਤਵਾਰ, ਇਹਨਾਂ ਦੀ ਜਿਹੜੀ ਵਿਚਾਲੀ ਰਾਤ ਹੈ ਨਾ, ਸ਼ਨੀਵਾਰ ਤੇ ਐਤਵਾਰ ਦੀ ਵਿਚਾਲੜੀ ਰਾਤ, ਸੰਮਤ 1723 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। 1666 ਈਸਵੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਸ਼ਨੀਵਾਰ ਤੇ ਐਤਵਾਰ ਦੇ ਇੱਕ ਪਹਿਰ ਰਾਤ ਰਹਿੰਦਿਆਂ ਗੁਰੂ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਵਤਾਰ ਧਾਰਿਆ, ਆਕਾਸ਼ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਫੈਲ ਗਿਆ, ਮਾਨੋ ਕਿ ਜੋ ਅਤਿਆਚਾਰ ਦਾ ਹਨੇਰਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਿਨ ਮਾਤਰ ਦੇ ਅੰਦਰ ਦੂਰ ਕਰ ਦਿੱਤਾ ਹੋਵੇ। ਜੋ ਅਗੰਮੀ ਜੋਤਾਂ ਚੱਲ ਕੇ ਆਉਂਦੀਆਂ, ਗੁਰੂ ਮਹਾਰਾਜ ਜੀ ਦੇ ਗੁਣ ਗਾਏ ਜਾਂਦੇ ਹੈ,
ਦੇਵੀ ਦੇਵਤੇ ਚੱਲ ਕੇ ਆਉਂਦੇ ਹੈ, ਕਿੱਧਰ ਸ਼ਿਵ ਜੀ, ਕਿੱਧਰ ਵਿਸ਼ਨੂੰ, ਬ੍ਰਹਮਾ, ਸ਼ਿਵ ਜੀ ਵਰਗੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ 'ਤੇ ਚੱਲ ਕੇ ਆਉਂਦੇ ਹੈ, ਗੁਣ ਗਾਉਂਦੇ ਹੈ, ਫੁੱਲਾਂ ਦੀ ਵਰਖਾ ਹੁੰਦੀ ਹੈ। ਤੇ ਜਿਸ ਘਰ ਦੇ ਅੰਦਰ, ਜਿਸ ਕਮਰੇ ਦੇ ਅੰਦਰ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਹ ਮਾਂ ਦੀ ਕੁੱਖ, ਉਹ ਕਮਰਾ ਸੁਗੰਧੀ ਦੇ ਨਾਲ ਫੈਲ ਜਾਂਦਾ ਹੈ। ਭਾਵ ਕਿ ਜਿਹੜੀ ਸੁਗੰਧੀ ਆਮ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਹੈ, ਫੁੱਲਾਂ ਦੇ ਵਿੱਚੋਂ ਆਉਂਦੀ ਹੈ, ਅੱਜ ਉਹ ਕਮਰੇ ਦੇ ਅੰਦਰ ਸੁਗੰਧੀ ਦੀ ਬਰਾਬਰਤਾਈ, ਸਮਾਨਤਾਈ ਨਹੀਂ ਕਰ ਸਕਦੀ ਕਿ ਗੋਬਿੰਦ ਰਾਏ ਦੇ ਅਵਤਾਰ 'ਤੇ ਇੰਨਾ ਪ੍ਰਕਾਸ਼ ਅਤੇ ਇੰਨਾ ਸੁਗੰਧੀ ਆ ਰਹੀ ਹੈ। ਸਾਰੇ ਦੇਵੀ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹੈ ਅਤੇ ਗੁਰਸੰਗਤ ਜੀ ਜੈ ਜੈਕਾਰ ਮਹਾਰਾਜ ਜੀ ਦੀ ਹੋ ਰਹੀ ਹੈ, ਗੁਰਬਾਣੀ ਦੇ ਗੀਤ ਗਾਏ ਜਾ ਰਹੇ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਗ੍ਰਹਿਓ ਮੰਦਰ ਬਣਿਆ। ਅੱਜ ਉਹ ਪਟਨਾ ਸਾਹਿਬ ਦੀ ਧਰਤੀ, ਜਿਹੜਾ ਗ੍ਰਹਿਓ ਘਰ ਸੀ ਕਿਸੇ ਦਾ, ਤੇ ਅੱਜ ਉਹ ਮੰਦਰ ਬਣ ਗਿਆ, ਅੱਜ ਉਹ ਗੁਰੂ ਘਰ ਬਣ ਗਿਆ। ਅੱਜ ਜਿੱਥੇ ਗੁਰਬਾਣੀ ਦੇ ਗੀਤ ਗਾਏ ਜਾ ਰਹੇ ਆ, ਉੱਥੇ ਅਗੰਮੀ ਜਿਹੜੇ ਜੋਤ ਹਨ, ਅਗੰਮੀ ਜਿਹੜੀਆਂ ਰੂਹਾਂ ਹਨ, ਉਹ ਚੱਲ ਕੇ ਆਉਂਦੀਆਂ ਨੇ, ਗੁਰਾਂ ਦੇ ਗੁਣ ਗਾਉਂਦੇ ਐ, ਫੁੱਲਾਂ ਦੀ ਵਰਖਾ ਕਰਦੇ ਆ, ਗੁਰਬਾਣੀ ਦੇ ਗੀਤ ਗਾਏ ਜਾ ਰਹੇ ਆ। ਜਦੋਂ ਅਵਤਾਰ ਹੁੰਦਾ ਹੈ, ਖਬਰ ਹਰ ਇੱਕ ਜਗ੍ਹਾ ਜਗ੍ਹਾ 'ਤੇ ਪਟਨੇ ਦੀ ਧਰਤੀ 'ਤੇ ਪਹੁੰਚ ਜਾਂਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦੇ ਅੰਦਰ ਪੁੱਤਰ ਨੇ ਜਨਮ ਲਿਆ, ਪੁੱਤਰ ਨੇ ਜਨਮ ਲਿਆ। ਹਰ ਇੱਕ ਜਗ੍ਹਾ 'ਤੇ ਆਵਾਜ਼ ਪਹੁੰਚਦੀ ਹੈ। ਗੁਰਸੰਗਤ ਜੀ ਗੋਬਿੰਦ ਰਾਏ ਦੇ ਅਵਤਾਰ 'ਤੇ ਨਾ ਪ੍ਰਕਾਸ਼ 'ਤੇ ਮਾਤਾ ਨਾਨਕੀ ਜੀ ਨੇ ਬੜਾ ਪੁੰਨ ਦਾਨ ਕੀਤਾ, ਬੜਾ ਪੁੰਨ ਦਾਨ ਕੀਤਾ। ਮਹਾਰਾਜ ਆਪ ਲਿਖਦੇ ਆ ਨਾ, ਪੁੰਨ ਦਾਨ ਦਿਨ ਕਰਤ ਬਿਤਏ। ਸਾਡੇ ਪਿਤਾ ਜੀ ਨੇ ਬੜਾ ਪੁੰਨ ਦਾਨ ਕੀਤਾ ਹੈ। ਜਬ ਹੀ ਜਾਤ ਤ੍ਰਿਵੈਣੀ ਭਏ, ਜਦੋਂ ਤ੍ਰਿਵੈਣੀ 'ਤੇ ਜਾ ਕੇ ਮਹਾਰਾਜ ਪਹੁੰਚੇ ਹੈ, ਪੁੰਨ ਦਾਨ ਦਿਨ ਕਰਤ ਬਿਤਏ। ਮਹਾਰਾਜ ਕਹਿੰਦੇ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਦੇ ਵਿੱਚ ਸਾਡਾ ਆਗਮਨ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਦੋਂ ਕੋਈ ਲੋੜਵੰਦ ਚੱਲ ਕੇ ਆਉਂਦਾ ਹੈ, ਮਾਤਾ ਨਾਨਕੀ ਫੁੱਲੇ ਗੱਫੇ ਉਹਨਾਂ ਨੂੰ ਵਰਤਾਈ ਜਾ ਰਹੀ ਹੈ। ਅੱਜ ਲੰਗਰ ਚੱਲ ਰਿਹਾ ਹੈ। ਕਿਸੇ ਨੂੰ ਵਸਤਰਾਂ ਦੀ ਲੋੜ ਹੈ, ਮਾਤਾ ਜੀ ਵਸਤਰ ਦੇ ਜਾ ਰਹੇ ਹੈ। ਧਨ ਦੀ ਲੋੜ ਹੈ, ਅੱਜ ਧਨ ਵੰਡੀ ਜਾ ਰਹੇ ਹੈ। ਕੋਈ ਧਨ ਲਿਆ ਕੇ ਰੱਖੀ ਜਾ ਰਿਹਾ ਮਾਤਾ ਜੀ ਦੇ ਅੱਗੇ, ਵਧਾਈ ਦਿੰਦਾ, ਮਾਤਾ ਜੀ ਵਧਾਈਆਂ ਹੋਣ, ਤੁਹਾਡੇ ਘਰ ਦੇ ਅੰਦਰ ਪੁੱਤਰ ਜੰਮਿਆ, ਵਧਾਈਆਂ ਹੋਣ ਤੁਹਾਨੂੰ, ਵਧਾਈਆਂ ਹੋਣ। ਚਾਰ ਚੁਫੇਰੇ ਵਧਾਈਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਚਾਰ ਚੁਫੇਰੇ ਆਵਾਜ਼ਾਂ ਵਧਾਈਆਂ ਦੀਆਂ ਆਉਂਦੀਆਂ ਨੇ। ਮਾਮਾ ਕਿਰਪਾਲ ਚੰਦ ਜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਮਾਈਆਂ ਬੀਬੀਆਂ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਵਧਾਈਆਂ ਦਿੰਦੀਆਂ ਨੇ, ਤੁਹਾਡੇ ਘਰ ਦੇ ਅੰਦਰ ਪੁੱਤਰ ਨੇ ਜਨਮ ਲਿਆ। ਮਾਤਾ ਨਾਨਕੀ ਜੀ ਬੜੇ ਹੀ ਖੁਸ਼ ਹੋਏ। ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਯਾਦ ਕੀਤੇ, ਆਪਣੇ ਪਤੀ ਦੇ ਬਚਨ ਯਾਦ ਕੀਤੇ ਮਾਤਾ ਨਾਨਕੀ ਜੀ ਨੇ। ਕਿਉਂਕਿ ਇੱਕ ਵਾਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲੇ ਮਾਤਾ ਜੀ ਨੇ ਨਾ ਬੇਨਤੀ ਕੀਤੀ ਸੀ, ਪਤੀ ਗੁਰੂ ਜੀ, ਮਹਾਰਾਜ ਆਪ ਜੀ ਨੂੰ ਪਤਾ ਹੈ ਆਪਣੇ ਹੋਰ ਪੁੱਤਰ ਹੈ, ਉਹ ਸੰਸਾਰ ਦੇ ਵਿੱਚ ਵਿਚਰਨ ਵਾਲੇ ਹੈ, ਉਹਨਾਂ ਦੇ ਆਪੋ ਆਪਣੇ ਕੰਮ ਹੈ, ਕੰਮਕਾਰ ਕਰਨ ਵਾਲੇ ਹੈ, ਪਰ ਆ ਮੇਰਾ ਪੁੱਤਰ ਤੇਗ ਬਹਾਦਰ ਹਰ ਵਕਤ ਭਗਤੀ ਕਰਦਾ ਰਹਿੰਦਾ, ਬੰਦਗੀ ਕਰਦਾ ਰਹਿੰਦਾ, ਮਹਾਰਾਜ ਕਿਰਪਾ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਬਚਨ ਮਾਤਾ ਜੀ ਦੇ ਸੁਣੇ ਨਾ, ਆਪਣੀ ਪਤਨੀ ਦੇ ਸੁਣੇ, ਮਾਤਾ ਨਾਨਕੀ ਜੀ ਦੇ, ਉਸ ਵਕਤ ਮਹਾਰਾਜ ਨੇ ਵਰ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਘਰ ਦੇ ਅੰਦਰ ਗੁਰਤਾ ਗੱਦੀ ਹੋਏਗੀ ਅਤੇ ਇਹ ਗੁਰਤਾ ਗੱਦੀ ਦਾ ਭਾਰ ਸਾਂਭਣ ਦੇ ਲਾਇਕ ਹੋਣਗੇ, ਅਜਰ ਸ਼ਕਤੀਆਂ ਨੂੰ ਜਰਨ ਦੇ ਸਮਰੱਥ ਹੋਣਗੇ ਇਹ।
ਅਤੇ ਇਹਨਾਂ ਦੇ ਘਰ ਦੇ ਅੰਦਰ ਐਸਾ ਮਰਦ ਅਗੰਮੜਾ ਪੈਦਾ ਹੋਵੇਗਾ ਕਿ ਉਹ ਦੁਨੀਆ ਦੇ ਅੰਦਰ ਹੋ ਰਿਹਾ ਜਿਹੜਾ ਕਾਲ ਹੈ, ਵਰਤ ਰਿਹਾ ਹਨੇਰਾ, ਉਸ ਨੂੰ ਦੂਰ ਕਰ ਦੇਵੇਗਾ। ਉਹ ਆਪ ਯੁੱਧ ਦੇ ਮੈਦਾਨ ਦਾ ਰੂਪ ਧਾਰ ਕੇ ਆਵੇਗਾ, ਤਿੱਖੀਆਂ ਤਲਵਾਰਾਂ ਦੇ ਨਾਲ ਲੜੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਬਤ ਬੜੇ ਬਚਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖੇ ਸਨ, ਉਹ ਅੱਜ ਯਾਦ ਮਾਤਾ ਨਾਨਕੀ ਜੀ ਨੇ ਕੀਤੇ ਹੈ। ਬੜੇ ਹੀ ਖੁਸ਼ ਹੋਏ ਆ, ਮਨ ਖੇੜੇ ਦੇ ਅੰਦਰ ਭਰਿਆ ਤੇ ਇੱਕ ਚਿੱਠੀ ਲਿਖਦੇ ਹੈ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਮਾਤਾ ਨਾਨਕੀ ਜੀ ਲਿਖਦੇ ਹੈ ਕਿ ਪੁੱਤਰ, ਅੱਜ ਘਰ ਦੇ ਅੰਦਰ ਬੜੀਆਂ ਖੁਸ਼ੀਆਂ ਨੇ, ਬੜਾ ਆਨੰਦ ਹੈ। ਆਪਣੇ ਘਰ ਦੇ ਅੰਦਰ ਤੇਰੇ ਗ੍ਰਹਿ ਵਿਖੇ ਅੱਜ ਪੁੱਤਰ ਨੇ ਜਨਮ ਲਿਆ। ਮਾਤਾ ਜੀ ਚਿੱਠੀ ਦੇ ਵਿੱਚ ਲਿਖਦੇ ਹੈ, ਪੋਹ ਸੁਦੀ ਸਪਤਮੀ ਦਿਨ ਸ਼ਨੀਵਾਰ ਤੇ ਐਤਵਾਰ। ਲਿਖਦੇ ਆ ਮਾਤਾ ਜੀ, ਮਾਤਾ ਨਾਨਕੀ ਜੀ, ਪੋਹ ਸੁਦੀ ਸਪਤਮੀ ਦਿਨ ਸ਼ਨੀਵਾਰ ਤੇ ਐਤਵਾਰ। ਤੇ ਮਾਤਾ ਜੀ ਨੇ ਲਿਖਿਆ 1723 ਦੇ ਵਿੱਚ ਉਹ ਸਾਰਾ ਲਿਖ ਦਿੱਤਾ ਕਿ ਅੱਜ ਇਹਨਾਂ ਦਾ ਆਗਮਨ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਤ ਲਿਖਿਆ ਕਿ ਹੁਣ ਨਾਲੇ ਤਾਂ ਤੁਹਾਨੂੰ ਵਧਾਈਆਂ ਹੋਣ ਤੇ ਨਾਲੇ ਇਹਨਾਂ ਦਾ ਨਾਮ ਦੱਸ ਦਿਓ, ਕੀ ਨਾਮ ਰੱਖਣਾ ਹੈ। ਤੇ ਸਿੱਖ ਨੂੰ ਭੇਜ ਦਿੱਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਦੀ ਧਰਤੀ ਤੇ ਟਿਕੇ ਹੋਏ ਹੈ। ਗਰੀਬ ਨਵਾਜ ਦੇ ਕੋਲ ਸਿੱਖ ਚੱਲ ਕੇ ਜਾਂਦਾ ਹੈ। ਉਸ ਵਕਤ ਰਾਜਾ ਰਾਮ ਸਿੰਘ ਦੇ ਹੋਰ ਅਹਿਲਕਾਰ, ਜਿੰਨੇ ਗੁਰਸੰਗਤ ਜੀ ਫੌਜੀ ਅਹਿਲਕਾਰ ਨੇ, ਉਹ ਜਦੋਂ ਜਾ ਕੇ ਸਿੱਖ ਨੂੰ ਮਿਲਦੇ ਹੈ, ਸਿੱਖ ਨੂੰ ਗੁਰੂ ਮਹਾਰਾਜ ਜੀ ਦੇ ਨਾਲ ਮਿਲਾਇਆ ਜਾਂਦਾ ਹੈ। ਚਿੱਠੀ ਦਿੱਤੀ ਜਾਂਦੀ ਹੈ, ਮਹਾਰਾਜ ਪੜ੍ਹ ਕੇ ਆਪ ਬੜੇ ਖੁਸ਼ ਹੋਏ ਹੈ। ਘਰ ਦੇ ਅੰਦਰ ਪੁੱਤਰ ਨੇ ਜਨਮ ਲਿਆ। ਤੂਤੀਆਂ ਵਾਜੇ ਗੁਰਸੰਗਤ ਜੀ ਵੱਜਦੇ ਆ। ਰਾਜਾ ਰਾਮ ਸਿੰਘ ਬੜਾ ਖੁਸ਼ ਹੁੰਦਾ ਹੈ, ਫੁੱਲਾਂ ਦੀ ਵਰਖਾ ਕਰਦੇ ਹੈ। ਬੜਾ ਦਾਨ ਪੁੰਨ ਗੁਰੂ ਮਹਾਰਾਜ ਜੀ ਦੇ ਸਮੇਤ ਹੁੰਦਾ ਹੈ। ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਅਸਾਮ ਦੇ ਵਿੱਚ ਵੀ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਬਤ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਨਾਮ ਲਿਖ ਦਿੱਤਾ ਗੋਬਿੰਦ ਰਾਏ। ਇਹਨਾਂ ਦਾ ਨਾਮ ਰੱਖਣਾ ਹੈ ਗੋਬਿੰਦ, ਭਾਵ ਕਿ ਜਿਹੜਾ ਆਇਆ ਹੀ ਧਰਤੀ ਦੀ ਰੱਖਿਆ ਕਰਨ ਵਾਸਤੇ ਹੈ, ਸੰਸਾਰ ਦੀ ਧਰਮ ਦੀ ਰੱਖਿਆ ਕਰਨ ਵਾਸਤੇ ਹੈ। ਐਸਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰੱਖ ਦਿੱਤਾ। ਸਿੱਖ ਚੱਲ ਕੇ ਆਉਂਦਾ ਪਟਨੇ ਦੀ ਧਰਤੀ ਤੇ। ਜਦੋਂ ਪਟਨੇ ਦੀ ਧਰਤੀ ਤੇ ਸਿੱਖ ਚੱਲ ਕੇ ਆਉਂਦਾ ਤਾਂ ਸਾਧ ਸੰਗਤ ਉਸ ਵਕਤ ਮਾਤਾ ਨਾਨਕੀ ਜੀ ਨੂੰ ਚਿੱਠੀ ਪਕੜਾਈ ਜਾਂਦੀ ਹੈ। ਫਿਰ ਨਾਮ ਰੱਖਿਆ ਜਾਂਦਾ ਹੈ ਗੋਬਿੰਦ ਰਾਏ। ਤੇ ਸਾਰੇ ਸੰਸਾਰ ਦੇ ਅੰਦਰ ਅੱਜ ਨਾਮ ਪ੍ਰਗਟ ਹੋ ਗਿਆ ਗੋਬਿੰਦ ਰਾਏ। ਇੱਕ ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂਗਾ ਕਿ ਜਦੋਂ ਕੋਈ ਅਗੰਮੀ ਜੋਤ ਪ੍ਰਗਟ ਹੁੰਦੀ ਹੈ ਤਾਂ ਜਿਹੜੇ ਸਾਧੂ ਸੰਤ ਮਹਾਤਮਾ ਹੁੰਦੇ ਆ, ਉਹਨਾਂ ਦੇ ਅੰਦਰ ਇੱਕ ਵਲਵਲਾ ਪੈਦਾ ਹੋ ਜਾਂਦਾ ਹੈ ਕਿ ਅਸੀਂ ਐਸੇ ਦਰਸ਼ਨ ਕਰਨੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਜ ਕਿਤੇ ਅਗੰਮੀ ਜੋਤ ਦੇ ਦਰਸ਼ਨ ਹੋਣੇ, ਪਤਾ ਲੱਗ ਜਾਂਦਾ ਹੈ। ਪਟਿਆਲੇ ਸ਼ਹਿਰ ਦੇ ਵਿੱਚ ਘੁੜਾਮ ਨਗਰ ਹੈ। ਉੱਥੋਂ ਦੇ ਰਹਿਣ ਵਾਲੇ ਭੀਖਣ ਸ਼ਾਹ ਜੀ ਹੋਏ ਹੈ। ਜਦੋਂ ਗਏ ਆ ਉਸ ਵਕਤ ਉਹ ਠਸਕੇ ਨਗਰ ਦੇ ਅੰਦਰ ਰਹਿੰਦੇ ਸੀ, ਕਰਨਾਲ ਦੇ ਵਿੱਚ। ਕਰਨਾਲ ਦੇ ਸ਼ਹਿਰ ਹੈ ਨਾ, ਕਰਨਾਲ ਸ਼ਹਿਰ ਦੇ ਵਿੱਚ ਠਸਕਾ ਨਗਰ ਹੈ। ਉੱਥੇ ਰਹਿ ਰਹੇ ਸਨ ਪੀਰ ਭੀਖਣ ਸ਼ਾਹ ਜੀ। ਉਹਨਾਂ ਨੂੰ ਪਤਾ ਲੱਗਦਾ ਹੈ, ਅੰਤਰ ਧਿਆਨ ਹੋ ਕੇ ਦੇਖਦੇ ਹੈ। ਉਹ ਨਮਾਜ਼ ਪੜ੍ਹੀ ਜਾਂਦੇ ਹੈ। ਨਮਾਜ਼ ਪੜ੍ਹਦਿਆਂ ਨਾਲ ਚੇਲੇ ਬਾਲ ਕੇ ਉਹਨਾਂ ਦੇ, ਜਦੋਂ ਉਹਨਾਂ ਨੇ ਸੀਸ ਨਵਾਇਆ ਨਾ, ਪੂਰਬ ਵੱਲ ਨੂੰ ਨਵਾ ਦਿੱਤਾ। ਤੇ ਆਪ ਜੀ ਨੂੰ ਪਤਾ ਹੈ ਪੂਰਬ ਵੱਲ ਹਿੰਦੂ ਸੀਸ ਨਵਾਉਂਦੇ ਆ। ਸੂਰਜ ਨੂੰ ਪਾਣੀ ਦਿੰਦੇ ਹਨ, ਸੂਰਜ ਨੂੰ ਪਾਣੀ ਦਿੰਦੇ ਹੈ। ਇਸ ਕਰਕੇ ਆਪਣਾ ਸਿਰ ਪੂਰਬ ਵੱਲ ਨੂੰ ਉਹ ਨਵਾਉਂਦੇ ਹੈ। ਤੇ ਜਿਹੜੇ ਮੁਸਲਮਾਨ ਜਦੋਂ ਨਮਾਜ਼ ਪੜ੍ਹਦੇ ਆ ਤੇ ਪੱਛਮ ਦੇ ਵੱਲ ਆਪਣਾ ਸੀਸ ਨਵਾਉਂਦੇ ਹੈ।
ਇਹ ਗੱਲ ਦਾ ਧਿਆਨ ਰੱਖਿਓ। ਮੁਸਲਮਾਨ ਪੱਛਮ ਦੇ ਵੱਲ ਆਪਣਾ ਸੀਸ ਨਿਵਾਉਂਦੇ ਹੈ ਤੇ ਹਿੰਦੂ ਪੂਰਬ ਦੇ ਵੱਲ ਸੀਸ ਨਿਵਾਉਂਦੇ ਹੈ। ਇਹ ਜਦੋਂ ਸ਼ੰਕਾ ਪੀਰ ਜੀ ਦੇ ਭਗਤਾਂ ਨੇ ਕੀਤੀ, ਜਿਹੜੇ ਸੇਵਾਦਾਰ ਸੀ ਉਹਨਾਂ ਨੇ ਕੀਤੀ। ਭਗਤ ਵਾਹਿਗੁਰੂ ਪੀਰ ਭੀਖਣ ਸ਼ਾਹ ਜੀ ਦੇ ਮੁਰੀਦਾਂ ਨੇ ਜਦੋਂ ਇਹ ਸ਼ੰਕਾ ਕੀਤੀ ਕਿ ਪੀਰ ਜੀ ਅੱਜ ਕੀ ਬਣਿਆ, ਮਹਾਰਾਜ ਪਹਿਲਾਂ ਤਾਂ ਤੁਸੀਂ ਰੋਜ਼ ਪੱਛਮ ਦੇ ਵੱਲ ਸੀਸ ਨਿਵਾਉਂਦੇ ਸੋ, ਤੇ ਅੱਜ ਪੂਰਬ ਦੇ ਵੱਲ ਤੁਸੀਂ ਆਪਣਾ ਸੀਸ ਨਿਵਾ ਦਿੱਤਾ। ਜਦੋਂ ਸ਼ੰਕਾ ਤੇ ਉੱਤਰ ਦਿੱਤਾ ਪੀਰ ਭੀਖਣ ਸ਼ਾਹ ਜੀ ਨੇ ਕਿ ਅੱਜ ਨੂਰਾ ਮਾਹੀ ਅਕਾਲ ਪੁਰਖ ਪਰਮਾਤਮਾ ਦਾ ਰੂਪ, ਅੱਜ ਦੀਨ ਦੁਨੀਆ ਦਾ ਵਾਲੀ, ਦੁਨੀਆ ਤੇ ਧਰਮ ਦੀ ਰੱਖਿਆ ਕਰਨ ਵਾਲਾ ਪੂਰਬ ਦੇ ਵਿੱਚ ਉਸ ਦਾ ਅਵਤਾਰ ਹੋਇਆ, ਪਟਨੇ ਦੀ ਧਰਤੀ ਤੇ ਅਵਤਾਰ ਹੋਇਆ। ਮੇਰਾ ਮਨ ਕਰਦਾ ਮੈਂ ਉਹਦੇ ਦਰਸ਼ਨ ਕਰਕੇ ਆਵਾਂ। ਪੀਰ ਭੀਖਣ ਸ਼ਾਹ ਜੀ ਕਹਿੰਦੇ ਆ ਕਿ ਮੇਰਾ ਮਨ ਕਰਦਾ ਮੈਂ ਦਰਸ਼ਨ ਕਰਕੇ ਆਵਾਂ। ਤਾਂ ਗੁਰਸੰਗਤ ਜੀ ਨੇਤਰਾਂ ਦੇ ਵਿੱਚੋਂ ਪੀਰ ਜੀ ਦੇ ਜਲ ਵਹਿ ਤੁਰਿਆ। ਹੁਣ ਨਾਲ ਦੇ ਮੁਰੀਦ ਆ ਉਹ ਸ਼ੰਕਾ ਕਰਦੇ ਆ ਕਿ ਅੱਜ ਤੁਸੀਂ ਬੜੀ ਉਲੰਘਣਾ ਕੀਤੀ ਹੈ, ਅੱਜ ਤੁਸੀਂ ਨਿਰਾਦਰ ਕਰ ਦਿੱਤਾ, ਪੂਰਬ ਦੇ ਵੱਲ ਸੀਸ ਨਿਵਾ ਦਿੱਤਾ। ਕਹਿੰਦੇ ਨਹੀਂ, ਅੱਜ ਮੈਂ ਅਗੰਮੀ ਜੋਤ ਦੇ ਦਰਸ਼ਨ ਕਰਕੇ ਆਉਣੇ ਆ। ਅੱਜ ਕਿਸੇ ਅਗੰਮੀ ਜੋਤ ਨੇ ਦੁਨੀਆ ਦੇ ਨਿਰੰਕਾਰ ਦੇ ਰੂਪ ਨੇ, ਦੁਨੀਆ ਦੇ ਵਿੱਚ ਨਿਰੰਕਾਰ ਨੇ ਆਪ ਖੁਦ ਖੁਦਾ ਨੇ ਅਵਤਾਰ ਧਾਰਿਆ ਪਟਨੇ ਦੀ ਧਰਤੀ ਤੇ। ਜਦੋਂ ਪੀਰ ਭੀਖਣ ਸ਼ਾਹ ਜੀ ਨੇ ਕਿਹਾ ਕਿ ਤੁਹਾਡੇ ਵਿੱਚੋਂ ਜਿਹੜਾ ਵੀ ਮੇਰੇ ਨਾਲ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ, ਵੀ ਜਿਹੜਾ ਵੀ ਮੇਰੇ ਨਾਲ ਜਾਣਾ ਚਾਹੁੰਦਾ ਹੈ ਨਾ ਉਹ ਜਾ ਸਕਦਾ ਹੈ। ਤਾਂ ਗੁਰਸੰਗਤ ਜੀ ਉਹਨਾਂ ਦੇ ਵਿੱਚੋਂ ਕੁਝ ਕੁ ਮੁਰੀਦ ਤਾਂ ਉੱਥੇ ਹੀ ਟਿਕੇ ਰਹੇ ਆ ਕਿ ਅਸੀਂ ਨਹੀਂ ਹਿੰਦੂਆਂ ਦੇ ਪੀਰ ਗੁਰੂ ਨੂੰ ਕੋਈ ਦਰਸ਼ਨ ਕਰਨ ਜਾਣਾ, ਕਿਉਂਕਿ ਪਤਾ ਸੀ। ਤਾਂ ਗੁਰਸੰਗਤ ਜੀ ਜਵਾਬ ਦੇ ਦਿੱਤਾ ਬਹੁਤਿਆਂ ਨੇ। ਕੁਝ ਕੁ ਮੁਰੀਦ ਪੀਰ ਭੀਖਣ ਸ਼ਾਹ ਜੀ ਦੇ ਨਾਲ ਚੱਲਦੇ ਹੈ। ਠਸਕੇ ਨਗਰ ਤੋਂ, ਕਰਨਾਲ ਦੇ ਵਿੱਚ ਠਸਕਾ ਨਗਰ ਹੈ, ਇੱਥੋਂ ਤੁਰਦੇ ਹੈ, ਪੈਦਲ ਜਾਂਦੇ ਹੈ। ਪੈਦਲ ਪੀਰ ਭੀਖਣ ਸ਼ਾਹ ਜੀ ਤੁਰਦੇ ਹੈ। ਕਹਿੰਦੇ ਹੈ ਮਹੀਨੇ ਤੱਕ, 1 ਮਹੀਨਾ ਲੱਗ ਗਿਆ ਸੀ ਤੁਰਦਿਆਂ ਤੁਰਦਿਆਂ ਜਾਂਦਿਆਂ ਜਾਂਦਿਆਂ ਪਟਨੇ ਦੀ ਧਰਤੀ ਤੇ ਪੀਰ ਭੀਖਣ ਸ਼ਾਹ ਜੀ ਪਹੁੰਚਦੇ ਹੈ। 1 ਮਹੀਨੇ ਦੇ ਵਿੱਚ ਪਹੁੰਚੇ ਹੈ। ਤੇ ਜਦੋਂ ਪਟਨੇ ਦੀ ਧਰਤੀ ਦੇ ਅੰਦਰ ਵੜੇ ਹੈ ਨਾ, ਉਸ ਵਕਤ ਹਰ ਜਗ੍ਹਾ ਤੇ ਹਰਿਆਵਲੀ ਦੇਖ ਕੇ, ਫੁੱਲਾਂ ਦੀਆਂ ਜਿਹੜੀਆਂ ਸੁਗੰਧੀਆਂ ਸੀ ਦੇਖ ਕੇ ਇਹ ਮਨ ਦੇ ਵਿੱਚ ਪਾਉਂਦਾ ਸੀ ਕਿ ਆਪ ਇਹ ਫੁੱਲ ਅਕਾਲ ਪੁਰਖ ਪਰਮਾਤਮਾ ਦੀ ਅਗੰਮੀ ਜੋਤ ਤੇ ਵਰਖਾ ਕਰੀ ਜਾ ਰਹੇ ਹੈ। ਫੁੱਲ ਬੂਟੇ ਮਹਿਕਦੇ ਹੈ ਗੁਰਸੰਗਤ ਜੀ, ਮਹਿਕ ਆਉਂਦੀ ਹੈ ਉਹਨਾਂ ਦੇ ਅੰਦਰ, ਜਿਵੇਂ ਆਪ ਦਰਖਤ ਗੁਰੂ ਮਹਾਰਾਜ ਜੀ ਦੇ ਉੱਪਰ ਚੌਰ ਕਰਦੇ ਹੋਣ। ਪੀਰ ਭੀਖਣ ਜੀ ਬੜਾ ਆਨੰਦ ਆਇਆ, ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ। ਮੁਰੀਦਾਂ ਨੂੰ ਕਹਿ ਰਹੇ ਹੈ ਜੇ ਮੈਂ ਇੱਥੇ ਆਇਆ ਤਾਂ ਗੋਬਿੰਦ ਰਾਏ ਦੇ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਕਰਕੇ ਜਾਣੇ ਹੀ ਜਾਣੇ ਆ, ਵਾਪਸ ਨਹੀਂ ਮੈਂ ਮੁੜਨਾ, ਵਾਪਸ ਨਹੀਂ ਮੈਂ ਮੁੜਨਾ। ਜਦੋਂ ਗਲੀਆਂ ਦੇ ਵਿੱਚੋਂ, ਬਾਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਪੀਰ ਭੀਖਣ ਸ਼ਾਹ ਜੀ ਉਸ ਜਗ੍ਹਾ ਤੇ ਚਲੇ ਗਏ ਜਿੱਥੇ ਅੱਜ ਗੋਬਿੰਦ ਰਾਏ ਜੀ ਨੇ ਅਵਤਾਰ ਧਾਰਿਆ ਹੋਇਆ, ਉਹ ਜਗ੍ਹਾ ਤੇ ਚਲੇ ਗਏ। ਜਾ ਕੇ ਕੀ ਦੇਖਦੇ ਆ, ਬਹੁਤ ਸੰਗਤਾਂ ਦਾ ਇਕੱਠ ਹੈ, ਠਾਠਾ ਮਾਰਦਾ ਇਕੱਠ। ਸੰਗਤਾਂ ਅੱਜ ਮਰਦ ਅਗੰਮੜੇ ਸਤਿਗੁਰੂ ਜੀ ਦੇ, ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕਰਨ ਨੂੰ ਤਰਸ ਰਹੀਆਂ ਨੇ, ਤਰਸ ਰਹੀਆਂ ਨੇ ਅੱਜ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਨੂੰ। ਕਹਿੰਦੀਆਂ ਨੇ ਕਿ ਸਾਡੇ ਵੀ ਕਿਤੇ ਭਾਗ ਜਾਗ ਜਾਣ, ਸਾਨੂੰ ਵੀ ਦਰਸ਼ਨ ਹੋ ਜਾਣ, ਸਾਨੂੰ ਵੀ ਦਰਸ਼ਨ ਹੋ ਜਾਣ। ਤਾਂ ਗੁਰਸੰਗਤ ਜੀ ਪੀਰ ਭੀਖਣ ਜੀ ਨਾ ਕਹਿੰਦੇ ਆ ਕੁਝ ਸਮਾਂ ਜਾ ਕੇ ਜਿਸ ਘਰ ਦੇ ਅੰਦਰ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ ਉਸ ਦੇ ਦਰਵਾਜ਼ੇ ਦੇ ਕੋਲ ਜਾ ਕੇ ਬੈਠੇ ਰਹੇ ਹੈ। ਮੁਰੀਦਾਂ ਦੇ ਸਮੇਤ ਨਾ ਦਰਵਾਜ਼ੇ ਦੇ ਕੋਲ ਜਾ ਕੇ ਬੈਠੇ ਰਹੇ ਆ ਕਿ ਮੈਨੂੰ ਸੰਗਤ ਦੀ ਚਰਨ ਧੂੜ ਮਿਲ ਜਾਵੇ, ਸੰਗਤ ਦੀ ਚਰਨ ਧੂੜ ਮੇਰੇ ਸਰੀਰ ਤੇ ਪੈ ਜਾਵੇ। ਗੋਬਿੰਦ ਰਾਏ ਦੇ ਦਰਸ਼ਨ ਕਰਨੇ ਆ ਅੱਜ।
ਮੁਸਲਮਾਨਾਂ ਦਾ ਪੀਰ ਪੀਰ ਭੀਖਣ ਸ਼ਾਹ ਦਰਸ਼ਨ ਕਰਨ ਗਿਆ ਹੈ ਕਿ ਸਾਰੀ ਮੁਸਲਮਾਨ ਕੌਮ ਅੱਜ ਪੀਰ ਭੀਖਣ ਸ਼ਾਹ ਨੂੰ ਮੰਨਦੀ ਸੀ ਤੇ ਪੀਰ ਭੀਖਣ ਸ਼ਾਹ ਅੱਜ ਅਗੰਮੀ ਜੋਤ ਦੇ ਦਰਸ਼ਨ ਕਰਨ ਜਾ ਰਿਹਾ ਹੈ। ਜਦੋਂ ਹੁਣ ਮਰੀਦ ਕਹਿੰਦੇ ਆ ਮਹਾਰਾਜ ਕਿਉਂ ਤੁਸੀਂ ਐਵੇਂ ਜਿੱਦ ਪਕੜੀ ਹੋਈ ਹੈ, ਇਹਨਾਂ ਨੇ ਦਰਸ਼ਨ ਆਪ ਜੀ ਨੂੰ ਨਹੀਂ ਕਰਾਉਣੇ। ਸਭ ਤੋਂ ਪਹਿਲਾਂ ਮਾਮਾ ਕਿਰਪਾਲ ਚੰਦ ਜੀ ਨੂੰ ਆਖਿਆ ਗਿਆ ਕਿ ਤੁਸੀਂ ਦਰਸ਼ਨ ਕਰਾਓ। ਜਵਾਬ ਦੇ ਦਿੱਤਾ। ਮਾਤਾ ਨਾਨਕੀ ਜੀ ਦੇ ਨਾਲ ਮਸ਼ਵਰਾ ਕੀਤਾ। ਮਾਤਾ ਨਾਨਕੀ ਜੀ ਨੇ ਮਨ ਦੇ ਅੰਦਰ ਸਹਿਮ ਸੀ, ਕਿਤੇ ਨਾ ਕਿਤੇ ਡਰ ਸੀ ਮਾਤਾ ਜੀ ਦੇ। ਉਹ ਡਰ ਨਹੀਂ ਕਿ ਇਹ ਕੁਝ ਸਾਡਾ ਵਿਗਾੜ ਦੇਣਗੇ, ਪਰ ਕਿਤੇ ਨਾ ਕਿਤੇ ਬੱਚੇ ਦਾ ਜਿਹੜਾ ਮੋਹ ਹੈ, ਅੰਦਰ ਬਿਰਹ ਹੈ, ਵੈਰਾਗ ਹੈ, ਕਿਤੇ ਨਾ ਕਿਤੇ ਉਹ ਮਾਤਾ ਜੀ ਨੂੰ ਸਤਾ ਰਿਹਾ ਸੀ। ਮਾਤਾ ਜੀ ਨੂੰ ਇਹ ਸੀ ਕਿ ਜਿਵੇਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਗਏ ਸਨ। ਮਹਾਰਾਜ ਛੋਟੀ ਉਮਰ ਦੇ ਵਿੱਚ 7-8 ਸਾਲ ਦੀ ਉਮਰ ਦੇ ਵਿੱਚ ਔਰੰਗੇ ਨੂੰ ਦਰਸ਼ਨ ਨਹੀਂ ਸੀ ਦਿੱਤੇ ਤੇ ਆਪਣਾ ਸਰੀਰ ਤਿਆਗ ਗਏ ਸਨ। ਮਹਾਰਾਜ ਇੱਕ ਬਹਾਨਾ ਬਣਾਇਆ ਤੇ ਸਰੀਰ ਤਿਆਗ ਗਏ, ਕਿਤੇ ਉਹ ਨਾ ਕਿਤੇ ਭਾਣਾ ਵਾਪਰ ਜਾਏ। ਇਹ ਮਨ ਸੀ ਮਾਤਾ ਨਾਨਕੀ ਜੀ ਦੇ, ਕਿਤੇ ਉਹ ਭਾਣਾ ਨਾ ਵਾਪਰ ਜੇ ਕਿ ਅੱਜ ਸਾਡੇ ਘਰ ਦੇ ਅੰਦਰ ਬੱਚੇ ਨੇ ਜਨਮ ਲਿਆ ਤੇ ਦੁਸ਼ਟ ਨੌਰੰਗਾ ਕਿਤੇ ਇਹ ਕਹਿਰ ਨਾ ਵਰਤਾ ਦੇਵੇ ਕਿ ਬੱਚੇ ਨੂੰ ਨਾ ਕਿਤੇ ਲੈ ਜਾਣ। ਜਵਾਬ ਦੇ ਦਿੱਤਾ। ਗੁਰਸੰਗਤ ਜੀ, ਮਾਤਾ ਨਾਨਕੀ ਜੀ ਨੇ ਦਰਸ਼ਨ ਕਰਨ ਤੋਂ ਸਾਫ਼ ਨਾ ਕਰ ਦਿੱਤੀ। ਇੱਧਰ ਪੀਰ ਭੀਖਣ ਸ਼ਾਹ ਜੀ ਮਨ ਦੇ ਅੰਦਰ ਵੈਰਾਗ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਦਰਸ਼ਨ ਕਰਦੇ, ਨੀਰ ਵਹਿ ਚੱਲੇ ਜੀਓ, ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ। ਅੱਜ ਅਕਾਲ ਪੁਰਖ ਦੇ ਦਰਸ਼ਨ ਕਰਨੇ ਹੈ। ਪੀਰ ਭੀਖਣ ਸ਼ਾਹ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਨਾ ਜਵਾਬ ਦੇ ਦਿੱਤਾ। ਗੁਰਸੰਗਤ ਜੀ, ਉੱਥੇ ਹੀ ਘਰ ਦੇ ਅੰਦਰ ਹੀ ਭੁੱਖ ਹੜਤਾਲ ਤੇ ਪੀਰ ਭੀਖਣ ਸ਼ਾਹ ਜੀ ਬੈਠੇ ਹੈ। ਇਹ ਇਤਿਹਾਸ ਦੇ ਅੰਦਰ ਜ਼ਿਕਰ ਆਇਆ ਹੈ, ਕਿਉਂਕਿ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਸੀ ਕਿ ਜੇ ਤੁਹਾਨੂੰ ਕਿਸੇ ਵਸਤਰਾਂ ਦੀ ਲੋੜ ਹੈ, ਧਨ ਦੀ ਲੋੜ ਹੈ, ਜਿੰਨਾ ਮੂੰਹੋਂ ਮੰਗਿਆ ਧਨ ਤੁਸੀਂ ਮੰਗੋਗੇ ਤਾਂ ਤੁਹਾਨੂੰ ਮਿਲ ਜਾਵੇਗਾ। ਪਰ ਪੀਰ ਜੀ ਨੇ ਜਵਾਬ ਦੇ ਦਿੱਤਾ। ਫਿਰ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਦੀ ਧਰਤੀ ਤੋਂ ਪਰਤ ਕੇ ਪਟਨੇ ਦੀ ਧਰਤੀ ਤੇ ਚੱਲ ਕੇ ਆਉਣਗੇ ਤੇ ਉਦੋਂ ਤੁਸੀਂ ਦਰਸ਼ਨ ਕਰ ਲੈਣਾ। ਹਜੇ ਬੱਚੇ ਦੀ ਉਮਰ ਬੜੀ ਛੋਟੀ ਹੈ। ਤੇ ਮਾਤਾ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਪਿਤਾ ਗੁਰੂ ਦੇ ਦਰਸ਼ਨ ਕਰਾਉਣੇ ਹੈ। ਇਹ ਬਹਾਨਾ ਮਾਰਿਆ ਗਿਆ ਕਿ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਹਨਾਂ ਨੂੰ ਦਰਸ਼ਨ ਕਰਾਉਣੇ ਹੈ। ਪਰਾਏ ਮੱਤ ਦੇ ਮਨੁੱਖ ਦੇ ਕਿਸੇ ਦੇ ਦਰਸ਼ਨ ਨਹੀਂ ਕਰਾਉਣੇ, ਕਿਸੇ ਦੇ ਮੱਥੇ ਨਹੀਂ ਲੱਗਣ ਦੇਣਾ। ਫਿਰ ਦੋਨੇ ਹੱਥ ਜੋੜ ਕੇ ਪੀਰ ਭੀਖਣ ਸ਼ਾਹ ਜੀ ਕਹਿੰਦੇ ਆ ਕਿ ਨਹੀਂ, ਇਹ ਤਾਂ ਅਕਾਲ ਪੁਰਖ ਪਰਮਾਤਮਾ ਦਾ ਰੂਪ ਨੇ, ਨਿਰੰਕਾਰ ਦਾ ਰੂਪ ਹੈ, ਤੁਸੀਂ ਕਿਸੇ ਤਰ੍ਹਾਂ ਭੈ ਨਾ ਕਰੋ, ਡਰੋ ਨਾ। ਤਾਂ ਗੁਰਸੰਗਤ ਜੀ ਬਹੁਤਾ ਸਮਾਂ ਜਦੋਂ ਪੀਰ ਭੀਖਣ ਸ਼ਾਹ ਜੀ ਦੀਆਂ ਬੇਨਤੀਆਂ ਕਰਦੇ ਰਹੇ ਨਾ, ਇੱਕ ਰਾਤ ਬਤੀਤ ਹੋ ਗਈ ਉੱਥੇ ਹੀ, ਕੁਝ ਨਾ ਖਾਧਾ ਪੀਤਾ। ਦੂਸਰਾ ਦਿਨ ਚੜ੍ਹਿਆ, ਫਿਰ ਨਾ ਕੁਝ ਖਾਧਾ ਪੀਤਾ। ਮਾਮਾ ਕਿਰਪਾਲ ਚੰਦ ਜੀ ਬੇਨਤੀਆਂ ਕਰਦੇ ਆ ਤੁਸੀਂ ਕੁਝ ਨਾ ਕੁਝ ਖਾ ਲਓ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਆਏ ਉਸ ਵਕਤ ਤੁਹਾਨੂੰ ਦਰਸ਼ਨ ਕਰਾ ਦਿਆਂਗੇ, ਪਰ ਨਹੀਂ ਕਰਨ ਦਿੱਤੇ। ਗੁਰਸੰਗਤ ਜੀ, ਤੀਜਾ ਦਿਨ ਜਦੋਂ ਚੜ੍ਹਿਆ ਨਾ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਆ, ਕੁਝ ਨਹੀਂ ਖਾਧਾ ਪੀਤਾ ਪੀਰ ਭੀਖਣ ਸ਼ਾਹ ਜੀ ਨੇ, ਤਾਂ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਯਾਦ ਕੀਤਾ ਹੈ, ਅਰਦਾਸ ਕੀਤੀ ਹੈ। ਮਾਤਾ ਜੀ ਹੁਣਾਂ ਨੇ ਅਰਦਾਸ ਕੀਤੀ ਹੈ ਤੇ ਮਹਾਰਾਜ ਨੂੰ ਯਾਦ ਕਰਕੇ ਨਾ ਤਾਂ ਗੁਰਸੰਗਤ ਜੀ ਹਾਂ ਕਰ ਦਿੱਤੀ ਕਿ ਤੁਹਾਨੂੰ ਦਰਸ਼ਨ ਕਰਾ ਦਿੱਤੇ ਜਾਣਗੇ। ਬੜਾ ਮਨ ਖੁਸ਼ ਹੋਇਆ, ਮਨ ਚਾਉ ਭਇਆ, ਮਨ ਦੇ ਅੰਦਰ ਚਾਉ ਹੀ ਚਾਉ ਹੋਇਆ ਕਿ ਅੱਜ ਮੈਨੂੰ ਗੁਰੂ ਦੇ ਦਰਸ਼ਨ ਹੋਣੇ ਆ, ਅੱਜ ਮੈਨੂੰ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੋਣੇ ਆ। ਪੀਰ ਭੀਖਣ ਸ਼ਾਹ ਜੀ ਦੇ ਮਨ ਦੇ ਅੰਦਰ ਜਿਹੜਾ ਉਸ ਵਕਤ ਦਾ ਖੇੜਾ ਸੀ ਨਾ, ਉਹਨੂੰ ਬਿਆਨ ਨਹੀਂ ਕੋਈ ਕਰ ਸਕਦਾ, ਕਿਉਂਕਿ 1 ਮਹੀਨੇ ਦੇ ਵਿੱਚ ਤੁਰ ਕੇ ਪਟਨੇ ਦੀ ਧਰਤੀ ਤੇ ਜਾਣਾ ਕੋਈ ਸੌਖੀ ਗੱਲ ਨਹੀਂ ਹੈ, ਤੁਰ ਕੇ ਜਾਣਾ। ਤਾਂ ਗੁਰਸੰਗਤ ਜੀ,
ਇਤਿਹਾਸਕਾਰ ਲਿਖਦੇ ਹੈ, ਕਹਿੰਦੇ ਜਦੋਂ ਪੀਰ ਭੀਖਣ ਜੀ ਨੂੰ ਦੱਸਿਆ ਗਿਆ ਕਿ ਤੁਹਾਨੂੰ ਦਰਸ਼ਨ ਕਰਾ ਦਿੱਤੇ ਜਾਣਗੇ ਤੇ ਬੜੇ ਖੁਸ਼ ਹੋਏ ਨਾ। ਅੰਮ੍ਰਿਤ ਵੇਲਾ ਹੁੰਦਾ ਹੈ ਤਾਂ ਸੰਗਤਾਂ ਕੀਰਤਨ ਕਰਦੀਆਂ ਨੇ, ਗੁਰਬਾਣੀ ਦਾ ਕੀਰਤਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਣ ਗਾਏ ਜਾਂਦੇ ਆ, ਗੁਣ ਗਾਉਂਦੇ ਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਅੱਜ ਮਨ ਦੇ ਅੰਦਰ ਚਾਉ ਹੋਇਆ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ। ਗੁਰਸੰਗਤ ਜੀ ਪੰਡਾਲ ਸਜਾਏ ਗਏ ਤੇ ਮਾਮਾ ਕਿਰਪਾਲ ਚੰਦ ਨਾ, ਛੋਟਾ ਜਿਹਾ ਸਰੀਰ ਹੈ ਮਹਾਰਾਜ ਦਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਆਪਣੀ ਗੋਦੀ ਦੇ ਵਿੱਚ ਲਿਆ ਹੋਇਆ ਹੈ। ਤੇ ਜਾ ਕੇ ਪੰਡਾਲ ਦੇ ਵਿੱਚ ਜਦੋਂ ਸਜੇ ਆ ਮਹਾਰਾਜ, ਤੇ ਸੰਗਤਾਂ ਬੜੀ ਬਹਿਬਲਤਾ ਦੇ ਨਾਲ, ਬੜੇ ਵੈਰਾਗ ਦੇ ਨਾਲ, ਬੜੀ ਨਿਮਰਤਾ ਦੇ ਨਾਲ ਮਹਾਰਾਜ ਦੇ ਚਰਨ ਪਰਸ ਰਹੀਆਂ ਨੇ। ਛੋਟੇ ਛੋਟੇ ਚਰਨ ਹੈ, ਛੋਟੇ ਛੋਟੇ ਹੱਥ ਹੈ। ਕੋਈ ਮਾਈ ਆਪਣੇ ਸਿਰ ਦੇ ਉੱਪਰ ਮਹਾਰਾਜ ਜੀ ਦਾ ਹੱਥ ਰਕਾਉਂਦੀ ਹੈ, ਕੋਈ ਆਪਣੇ ਬੱਚਿਆਂ ਦੇ ਸਿਰ ਦੇ ਉੱਪਰ ਹੱਥ ਰਕਾਉਂਦੀ ਹੈ, ਕੋਈ ਜਾ ਕੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਦਾ। ਦੇਖੋ ਛੋਟੇ ਛੋਟੇ ਚਰਨ ਹੋਣਗੇ, ਕਿੰਨਾ ਆਨੰਦ ਹੋਊਗਾ ਸੰਗਤਾਂ ਦੇ ਅੰਦਰ। ਗੁਰਸੰਗਤ ਜੀ ਕੋਈ ਜਾ ਕੇ ਮਹਾਰਾਜ ਜੀ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕਰ ਰਿਹਾ। ਪੀਰ ਭੀਖਣ ਸ਼ਾਹ ਜੀ ਮਰੀਦਾਂ ਦੇ ਸਮੇਤ ਚੱਲ ਕੇ ਆਉਂਦੇ ਆ। 2 ਗੜਵੀਆਂ ਇਤਿਹਾਸ ਦੇ ਅੰਦਰ ਜ਼ਿਕਰ ਆਇਆ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ 2 ਗੜਵੀਆਂ ਪੀਰ ਭੀਖਣ ਸ਼ਾਹ ਜੀ ਦੇ ਹੱਥ ਦੇ ਵਿੱਚ ਹੈ। ਜਦੋਂ ਗੜਵੀਆਂ ਉਹਨਾਂ ਨੇ ਹੱਥ ਦੇ ਵਿੱਚ ਪਕੜੀਆਂ ਨੇ ਨਾ, ਇੱਕ ਦੇ ਵਿੱਚ ਪਾਇਆ ਦੁੱਧ ਤੇ ਇੱਕ ਦੇ ਵਿੱਚ ਪਾਇਆ ਪਾਣੀ, ਤੇ ਲਿਜਾ ਕੇ ਸਭ ਤੋਂ ਪਹਿਲਾਂ ਤਾਂ ਪੀਰ ਭੀਖਣ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾ ਚਰਨਾਂ 'ਤੇ ਨਮਸਕਾਰ ਕੀਤੀ ਹੈ। ਚਰਨਾਂ 'ਤੇ ਨਮਸਕਾਰ ਕੀਤੀ। ਚਰਨਾਂ 'ਤੇ ਨਮਸਕਾਰ ਕਰਕੇ ਬਹੁਤਾ ਸਮਾਂ ਇਤਿਹਾਸਕਾਰ ਲਿਖਦੇ ਆ ਕਿ ਪੀਰ ਭੀਖਣ ਸ਼ਾਹ ਮਹਾਰਾਜ ਜੀ ਦੇ ਚਿਹਰੇ ਦੇ ਵੱਲ ਤੱਕਦੇ ਆ। ਇੰਨਾ ਰੂਹਾਨੀ ਚਿਹਰਾ ਮਹਾਰਾਜ ਦੇ ਚਿਹਰੇ 'ਤੇ ਮੁਸਕਰਾਹਟ ਹੈ। ਮਹਾਰਾਜ ਜੀ ਦਾ ਚਿਹਰਾ ਇੰਨਾ ਖੁਸ਼ ਹੈ, ਹੱਸਦੇ ਆ ਮਹਾਰਾਜ। ਪੀਰ ਭੀਖਣ ਸ਼ਾਹ ਜੀ ਨੂੰ ਦੇਖ ਕੇ ਮੁਸਕਰਾਉਂਦੇ ਹੈ। ਤਾਂ ਗੁਰਸੰਗਤ ਜੀ ਉਸ ਵਕਤ ਪੀਰ ਭੀਖਣ ਸ਼ਾਹ ਨੇ ਨਾ ਦੋਨੇ ਗੜਵੀਆਂ ਜਿਹੜੀਆਂ ਪਕੜੀਆਂ ਹੋਈਆਂ ਸਨ, ਉਹ ਮਹਾਰਾਜ ਜੀ ਦੇ ਅੱਗੇ ਕਰ ਦਿੱਤੀਆਂ, ਅੱਗੇ ਕੀਤੀਆਂ। ਤੇ ਮਹਾਰਾਜ ਨੇ ਦੋਨੇ ਹੱਥ ਉਹ ਗੜਵੀਆਂ ਦੇ ਉੱਪਰ ਰੱਖ ਦਿੱਤੇ। ਕੋਈ ਕਹਿੰਦੇ ਆ ਕਿ ਉਹ ਗੜਵੀਆਂ ਦਾ ਜਿਹੜਾ ਦੁੱਧ ਤੇ ਜਲ ਸੀ ਡੋਲ ਦਿੱਤਾ, ਕੋਈ ਇਤਿਹਾਸਕਾਰ ਲਿਖਦੇ ਆ ਕਿ ਉੱਪਰ ਰੱਖ ਦਿੱਤੀਆਂ। ਸੋ ਰਹੋ ਵਿਚਾਰ, ਪੀਰ ਭੀਖਣ ਸ਼ਾਹ ਜੀ ਨੇ ਜਿਹੜੀਆਂ ਪਕੜੀਆਂ ਹੋਈਆਂ ਗੜਵੀਆਂ, ਉਹਨਾਂ ਦੇ ਉੱਪਰ ਮਹਾਰਾਜ ਜੀ ਨੇ ਨਾ ਆਪਣੇ ਹਸਤ ਕਮਲ ਰੱਖੇ ਹੈ। ਤਾਂ ਗੁਰਸੰਗਤ ਜੀ ਸਾਰੀ ਸੰਗਤ ਹੈਰਾਨ ਹੋ ਰਹੀ ਹੈ, ਮੁਰੀਦ ਹੈਰਾਨ ਹੋ ਰਹੇ ਹੈ, ਇਹ ਕੀ ਕੌਤਕ ਵਰਤਿਆ ਜਾ ਰਿਹਾ ਹੈ। ਦੋਨੇ ਹੱਥ ਜੋੜ ਕੇ ਮੁਰੀਦਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕਾਰਨ? ਤਾਂ ਪੀਰ ਭੀਖਣ ਸ਼ਾਹ ਜੀ ਕਹਿਣ ਲੱਗੇ ਸੀ ਕਿ ਜਦੋਂ ਮੈਂ ਉੱਥੋਂ ਤੁਰਿਆ ਸੀ, ਮੇਰੇ ਮਨ ਦੇ ਅੰਦਰ ਸ਼ੰਕਾ ਸੀ ਕਿ ਇਹ ਮੁਸਲਮਾਨਾਂ ਦਾ ਜਾਂ ਹਿੰਦੂਆਂ ਦਾ ਪੱਖੀ ਹੈ ਜਾਂ ਮੁਸਲਮਾਨਾਂ ਦਾ ਪੱਖੀ ਹੈ। ਮੇਰੇ ਮਨ ਦੇ ਅੰਦਰ ਸ਼ੰਕਾ ਸੀ, ਮੈਂ ਇਹ ਸ਼ੰਕਾ ਕੱਢਣ ਵਾਸਤੇ ਆਇਆ। ਪਰ ਜਦੋਂ ਆਇਆ ਤੇ ਮੇਰੀ ਸ਼ੰਕਾ ਦੀ ਨਿਵਰਤੀ ਕਰ ਦਿੱਤੀ। ਇਹਨਾਂ ਨੇ ਕਹਿ ਦਿੱਤਾ ਕਿ ਨਾ ਮੈਂ ਮੁਸਲਮਾਨਾਂ ਦਾ ਪੱਖੀ ਹਾਂ ਤੇ ਨਾ ਮੈਂ ਹਿੰਦੂਆਂ ਦਾ ਪੱਖੀ ਹਾਂ, ਮੈਂ ਦੋਨਾਂ ਦਾ ਪੱਖੀ ਹਾਂ, ਸੱਚ ਦਾ ਪੱਖੀ ਹਾਂ। ਮੈਂ ਸੱਚ 'ਤੇ ਖੜਨ ਵਾਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵਾਕਿਆ ਹੀ ਸੱਚ 'ਤੇ ਖੜੇ ਸਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੈ। ਪੀਰ ਭੀਖਣ ਸ਼ਾਹ ਜੀ ਚੱਲ ਕੇ ਗੁਰਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਦਰਸ਼ਨ ਹੋਏ ਆ ਤੇ ਚੱਲ ਕੇ ਕਰਨਾਲ ਦੇ ਨਗਰ ਠਸਕੇ ਨਗਰ ਦੇ ਵਿੱਚ ਵਾਪਸ ਪਰਤ ਜਾਂਦੇ ਹੈ। ਤੇ ਗੋਬਿੰਦ ਰਾਏ ਬਾਲਾ ਪ੍ਰੀਤਮ ਗੁਰਸੰਗਤ ਜੀ ਉੱਥੇ ਹੀ ਰਹਿ ਕਰਕੇ ਮਹਾਰਾਜ ਆਨੰਦ ਮੰਗਲ ਕਰਦੇ ਹੈ, ਖੇਡਦੇ ਹੈ ਗਲੀਆਂ ਦੇ ਵਿੱਚ। ਛੋਟੀ ਛੋਟੀ ਉਮਰ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਦੇ ਨਦੀ 'ਤੇ ਜਾਂਦੇ ਆ ਇਸ਼ਨਾਨ ਕਰਨ ਵਾਸਤੇ। ਮਾਮਾ ਕਿਰਪਾਲ ਚੰਦ ਜੀ ਚੱਕਦੇ ਆ, ਖਿਡਾਉਂਦੇ ਆ ਮਹਾਰਾਜ ਜੀ ਨੂੰ, ਗਲੀਆਂ ਦੇ ਵਿੱਚ ਲੈ ਕੇ ਜਾਂਦੇ ਆ। ਤੇ ਇੱਥੋਂ ਤੱਕ ਜ਼ਿਕਰ ਆਇਆ ਹੈ ਕਿ ਜਦੋਂ ਮਾਮਾ ਕਿਰਪਾਲ ਚੰਦ ਜੀ ਮਹਾਰਾਜ ਨੂੰ ਕਹਿੰਦੇ ਘਰ ਦੇ ਵਿੱਚੋਂ ਕੱਢਦੇ ਸਨ ਨਾ,
ਤੇ ਗੁਰਸੰਗਤ ਜੀ ਗੇਟ ਦੇ ਅੰਦਰ ਸੰਗਤਾਂ ਇੰਨੀ ਬਹਿਬਲਤਾ ਦੇ ਨਾਲ ਖੜੀਆਂ ਹੋਇਆ ਕਰਦੀਆਂ ਸਨ ਕਿ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ। ਤੇ ਜਿੱਧਰ ਵੀ ਮਹਾਰਾਜ ਦੀ ਨਜ਼ਰ ਚਲੀ ਜਾਂਦੀ ਨਾ, ਭਾਵੇਂ ਕੋਈ ਮਾਂ ਬੀਬੀ, ਕੋਈ ਭੈਣ, ਕੋਈ ਬੱਚੀ, ਕੋਈ ਰੋਗੀ ਹੋਵੇ, ਕਿਸੇ ਤਰ੍ਹਾਂ ਦਾ ਰੋਗ ਹੋਵੇ, ਤੇ ਗੋਬਿੰਦ ਰਾਏ ਇੱਕ ਨਜ਼ਰ ਪੈਣ ਤੇ ਉਹਨਾਂ ਨੂੰ ਨਿਰੋਗੀ ਕਰ ਦਿੰਦੇ ਸਨ ਮਹਾਰਾਜ। ਇੱਕ ਨਜ਼ਰ ਪੈਣ ਤੇ ਸੰਗਤਾਂ ਬੜੀ ਬਹਿਬਲਤਾ ਦੇ ਨਾਲ ਬਾਹਰ ਅੰਦਰ ਗੁਰਸੰਗਤ ਜੀ ਮਹਾਰਾਜ ਦੀ ਉਡੀਕ ਕਰਿਆ ਕਰਦੀਆਂ ਸਨ, ਉਡੀਕ ਕਰਿਆ ਕਰਦੀਆਂ ਸਨ। ਕਿਸੇ ਨੂੰ ਕੋਈ ਤਨ ਦਾ ਰੋਗ ਲੱਗਿਆ ਹੁੰਦਾ, ਕੋਈ ਮਨ ਦਾ ਰੋਗੀ ਹੁੰਦਾ, ਕੋਈ ਧਨ ਕਰਕੇ ਗੁਰਸੰਗਤ ਜੀ ਕੰਗਾਲ ਹੁੰਦਾ, ਕਿਸੇ ਤਰ੍ਹਾਂ ਦੀ ਕੋਈ ਅਰਦਾਸ ਬੇਨਤੀ, ਕੋਈ ਜੋਦੜੀ ਲੈ ਕੇ ਮਹਾਰਾਜ ਜੀ ਦੇ ਕੋਲੇ ਆ ਕੇ ਨਾ ਘਰ ਦੇ ਬਾਹਰ ਖੜਿਆ ਰਹਿੰਦਾ। ਕਈ ਵਾਰੀ ਤਾਂ ਬਹੁਤਾ ਸਮਾਂ ਮਹਾਰਾਜ ਦੀ ਉਡੀਕ ਕਰਦੇ ਕਿ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣ, ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣ। ਤਾਂ ਗੁਰਸੰਗਤ ਜੀ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਦੇ ਵਾਸਤੇ ਇੰਨੀ ਬਹਿਬਲਤਾ ਹੋਇਆ ਕਰਦੀ ਸੀ ਕਿ ਸਾਡਾ ਰੋਗ ਕੱਟਿਆ ਜਾਵੇ, ਸਾਡਾ ਅੰਦਰ ਸਾਫ਼ ਹੋ ਜਾਵੇ, ਸਾਡਾ ਮਨ ਪਵਿੱਤਰ ਹੋ ਜਾਵੇ। ਤੇ ਆਪਾਂ ਧੰਨ ਕਿ ਜਿਨ੍ਹਾਂ ਨੇ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੈ। ਵਡਭਾਗੇ ਆ ਗੁਰਸੰਗਤ ਜੀ, ਇਸੇ ਅਗੰਮੀ ਜੋਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਮੁਖ ਤੋਂ ਕਿਹਾ ਸੀ ਕਿ ਪ੍ਰਗਟ ਗੁਰਾਂ ਕੀ ਦੇਹ। ਪ੍ਰਗਟ ਕਹਿ ਦਿੱਤਾ ਮਹਾਰਾਜ ਨੇ, ਪ੍ਰਗਟ ਕਹਿ ਦਿੱਤਾ। ਕਿਹਾ ਸੀ ਕਿ ਇਹ ਸਰੀਰ ਅੱਜ ਹੈ, ਕੱਲ ਨਹੀਂ ਹੋਣਾ। ਭਾਵੇਂ ਜੋਤ ਸਾਡੀ ਇੱਥੇ ਹੈ ਪਰ ਸਰੀਰ ਕਰਕੇ ਅਸੀਂ ਨਹੀਂ। ਗੁਰਸੰਗਤ ਜੀ ਹੈ ਨੇ ਪਰ ਸਾਡੇ ਨੇਤਰ ਨਹੀਂ ਹੈ ਉਹ ਤੱਕਣ ਵਾਲੇ, ਉਹ ਦੇਖਣ ਵਾਲੇ ਸਾਡੇ ਨੇਤਰ ਨਹੀਂ ਹੈ, ਅਸੀਂ ਅਗੰਮੀ ਜੋਤ ਦੇ ਦਰਸ਼ਨ ਕਰ ਸਕੀਏ। ਪਰ ਸਾਡੇ ਤੇ ਫਿਰ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਜੇ ਸਾਡੇ ਸਰੂਪ ਦੇ ਦਰਸ਼ਨ ਕਰਨੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸ਼ਬਦ ਦੇ ਦਰਸ਼ਨ ਕਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਿਓ। ਤੇ ਜਿਵੇਂ ਮਹਾਰਾਜ ਜੀ ਦਾ ਬਾਲਾ ਪ੍ਰੀਤਮ ਨਾਮ ਪੈਂਦਾ ਹੈ ਗੁਰਸੰਗਤ ਜੀ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਮਹਾਰਾਜ ਜੀ ਦਾ ਨਾਮ ਬਾਲਾ ਪ੍ਰੀਤਮ ਕਿਵੇਂ ਪੈਂਦਾ ਹੈ। ਤੇ ਮਹਾਰਾਜ ਜੀ ਮਾਤਾ ਵਸੁੰਧਰਾ ਦੇ ਜਾ ਕੇ ਕਿਵੇਂ ਘਰ ਦੇ ਵਿੱਚ ਛੋਲੇ ਪੂੜੀਆਂ ਛਕਦੇ ਆ। ਇਹ ਆਪ ਜੀ ਨੇ ਹੁਣ ਵੀ ਜਦੋਂ ਜਾਓਗੇ ਨਾ ਪਟਨਾ ਸਾਹਿਬ ਦੀ ਧਰਤੀ ਤੇ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੰਧਿਆ ਤੋਂ ਥੋੜ੍ਹੀ ਜਿਹੀ ਲੇਟ ਹੁੰਦਾ ਹੈ। ਇਹ ਆਪ ਜੀ ਨੂੰ ਕਾਰਨ ਪਤਾ ਹੋਵੇਗਾ। ਸੰਧਿਆ ਤੋਂ ਨਾ ਆਪਾਂ ਸੰਧਿਆ ਦੇ ਜਦੋਂ ਸਮਾਂ ਜਾ ਹੋ ਜਾਂਦਾ, ਸੂਰਜ ਛਿਪਦਾ ਹੈ ਤੇ ਹਰ ਇੱਕ ਗੁਰੂ ਘਰ ਦੇ ਵਿੱਚ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਹੋਣਾ ਸ਼ੁਰੂ ਹੋ ਜਾਂਦਾ ਭਾਈ। ਪਰ ਪਟਨਾ ਸਾਹਿਬ ਦੀ ਧਰਤੀ ਤੇ ਇਹ ਮਰਿਆਦਾ ਹੈ ਕਿ ਜਦੋਂ ਸੰਧਿਆ ਤੋਂ ਥੋੜ੍ਹਾ ਜਿਹਾ ਲੇਟ ਹੋ ਜੇ ਨਾ ਸਮਾਂ ਤੇ ਫਿਰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ। ਇਹ ਆਪਾਂ ਕੱਲ੍ਹ ਨੂੰ ਗੁਰਸੰਗਤ ਜੀ ਵਿਚਾਰਾਂ ਕਰਾਂਗੇ ਕਿ ਕਿਉਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ। ਆਪ ਪਹਿਲਾਂ ਮਹਾਰਾਜ ਖੁਦ ਮਰਿਆਦਾ ਦੇ ਵਿੱਚ ਰਹਿੰਦੇ ਸਨ, ਭਾਵੇਂ ਛੋਟੀ ਉਮਰ ਸੀ। ਮੈਂ ਪਹਿਲਾਂ ਬੇਨਤੀ ਕਰ ਦਿੰਦਾ ਕਿ 5 ਕੁ ਸਾਲ ਪਟਨੇ ਦੀ ਧਰਤੀ ਤੇ ਮਹਾਰਾਜ ਰਹੇ ਹੈ। 5 ਕੁ ਸਾਲ ਦੀ ਉਮਰ ਤੋਂ ਬਾਅਦ ਮਹਾਰਾਜ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਆਉਂਦੇ ਆ। ਬਾਕੀ ਸਮਾਂ ਅਨੰਦਪੁਰ ਸਾਹਿਬ, ਪਾਉਂਟਾ ਸਾਹਿਬ, ਸੋ ਇਸ ਤਰ੍ਹਾਂ ਮਹਾਰਾਜ ਜੀ ਗੁਜ਼ਾਰਦੇ ਆ। ਗੁਰੂ ਕਿਰਪਾ ਕਰੇ। ਗੁਰਸੰਗਤ ਜੀ ਮਹਾਰਾਜ ਜੀ ਦਾ ਆਗਮਨ ਹੈ ਨਾ, ਤੇ ਇਸ ਕਰਕੇ ਆਪਾਂ ਥੋੜ੍ਹਾ ਸਮਾਂ ਮੂਲ ਮੰਤਰ ਦਾ ਪਾਠ ਕਰੀਏ ਕਿਉਂਕਿ ਸਾਡੀ ਹਾਜ਼ਰੀ ਲੱਗ ਜਾਵੇ ਗੁਰੂ ਚਰਨਾਂ ਦੇ ਅੰਦਰ। ਗੁਰੂ ਸਾਡੀ ਹਾਜ਼ਰੀ ਲਵਾ ਲੈਣ। ਜਿਵੇਂ ਪੀਰ ਭੀਖਣ ਸ਼ਾਹ ਦੀ ਅੱਜ ਹਾਜ਼ਰੀ ਲੱਗੀ ਹੈ ਨਾ, ਮਹਾਰਾਜ ਜੀ ਨੇ ਹਾਜ਼ਰੀ ਲਵਾਈ ਹੈ। ਮਹਾਰਾਜ ਨੂੰ ਦਰਸ਼ਨ ਹੋਏ ਆ ਪੀਰ ਭੀਖਣ ਸ਼ਾਹ ਜੀ ਨੂੰ ਗੁਰਸੰਗਤ ਜੀ। ਤੇ ਆਪਾਂ ਨੂੰ ਵੀ ਕਿਤੇ ਗੁਰਸੰਗਤ ਜੀ ਸੁਪਨੇ ਮਾਤਰ ਹੀ ਭਾਵੇਂ ਦਰਸ਼ਨ ਹੋ ਜਾਣ ਤੇ ਮਹਾਰਾਜ ਕਿਰਪਾ ਕਰਨ, ਆਪਣੇ ਦਰਸ਼ਨ ਦੇ ਦੇਣ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਜੋਗੇ ਹੋ ਜਾਈਏ। ਬਾਣੀ ਪੜ੍ਹੀਏ, ਅੱਜ ਵੱਧ ਤੋਂ ਵੱਧ ਬਾਣੀ ਪੜ੍ਹਿਓ ਕਿਉਂਕਿ ਤੁਹਾਨੂੰ ਪਤਾ ਹੈ ਆ ਥੋੜ੍ਹੇ ਕੁ ਦਿਨ ਹੋਏ ਆ, ਹਜੇ 10 ਦਿਨ ਨਹੀਂ ਲੰਘੇ ਜਦੋਂ ਮਹਾਰਾਜ ਜੀ ਨੇ ਸਾਡੇ ਉੱਪਰੋਂ ਸਾਰਾ ਪਰਿਵਾਰ ਵਾਰ ਦਿੱਤਾ ਸੀ। ਇੱਕ ਪਾਸੇ ਸਾਰਾ ਪਰਿਵਾਰ ਸ਼ਹੀਦ ਹੁੰਦਾ ਹੈ, ਇੱਕ ਪਾਸੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਮਨਾਉਣੇ ਆ ਭਾਈ। ਇਹ ਬੜੀ ਵੱਡੀ ਦੇਣ ਹੈ ਗੁਰੂ ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਦੀ। ਗੁਰੂ ਕਿਰਪਾ ਕਰੇ, ਆਓ ਸਾਰੇ ਹੀ ਰਲ ਮਿਲ ਕਰਕੇ ਭਾਈ ਮੂਲ ਮੰਤਰ ਦਾ ਜਾਪ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਜੇ ਆਪਾਂ ਪਟਨੇ ਦੀ ਧਰਤੀ ਤੇ ਗੁਰਸੰਗਤ ਜੀ ਦਰਸ਼ਨ ਨਹੀਂ ਨਾ ਕਰ ਸਕਦੇ
ਉੱਥੇ ਜਾਣਾ ਸਾਨੂੰ ਬੜਾ ਦੂਰ ਲੱਗਦਾ ਹੈ, ਅਤੇ ਇੱਥੇ ਬੈਠਿਆਂ ਹੀ ਗੁਰਮੰਤਰ ਦਾ ਜਾਪ ਕਰਕੇ, ਮੂਲ ਮੰਤਰ ਦਾ ਜਾਪ ਕਰਕੇ ਆਪਾਂ ਹਾਜ਼ਰੀਆਂ ਲਵਾਈਏ। ਸਾਰੇ ਜਪੋ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਕਿਰਪਾ ਕਰੇ ਆਪਣੀ ਸਾਰਿਆਂ ਦੀ ਹਾਜ਼ਰੀ ਸੱਚੇ ਪਾਤਸ਼ਾਹ ਮਹਾਰਾਜ ਦਰ ਪ੍ਰਵਾਨ ਕਰਨ। ਆਈ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ। ਇੱਕ ਥੋੜ੍ਹੀ ਜਿਹੀ ਖੇਚਲ ਹੋਰ ਕਰ ਲਿਓ ਗੁਰਸੰਗਤ ਜੀ। ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ। 9 ਵਜੇ ਦੇ ਤਕਰੀਬ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਾਜ਼ ਨੂੰ ਮੁੱਖ ਰੱਖਦਿਆਂ ਹੋਇਆਂ, ਆਗਮਨ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਸੋ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵੱਲੋਂ
ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। 9 ਵਜੇ ਦੇ ਤਕਰੀਬ ਭੋਗ ਪਾਏ ਜਾਣਗੇ, ਦੀਵਾਨ ਸਜਣਗੇ, ਅਤੇ ਆਪ ਜੀ ਹਾਜ਼ਰੀਆਂ ਭਰ ਕੇ ਭਾਈ ਲਾਹੇ ਪ੍ਰਾਪਤ ਕਰਿਓ।